Hello everyone and welcome to another episode of Construct It. We are here today on a multifamily site in the Delta area where units are at different stages of construction. ਇੱਥੇ ਫਰੇਮਿੰਗ ਵੀ ਚੱਲ ਰਹੀ ਆ, ਰੂਫਿੰਗ ਵੀ ਚੱਲ ਰਹੀ ਆ, ਰਫ ਐਂਡ ਵਰਕ ਚੱਲ ਰਿਹਾ, ਫਿਨਿਸ਼ਿੰਗ ਵਰਕ ਕੰਮ ਵੀ ਚੱਲ ਰਿਹਾ। ਅੱਜ ਨਾਲ ਮੇਰੇ ਫਿਰ ਆਪਣੇ ਜੀ ਸਨੀ ਬਰਾੜ ਆਏ ਹੋਏ ਨੇ ਫਰਮ WBI ਹੋਮ ਵਾਰੰਟੀ, ਜਿਹੜੇ ਆਪਣੇ ਨਾਲ ਵਾਕ ਥਰੂ ਕਰਨਗੇ, ਡਿਸਕਸ ਕਰਾਂਗੇ ਕੀ ਚੱਲ ਰਿਹਾ, ਕੀ ਚੀਜ਼ਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ, ਸਾਈਟ ਸੇਫਟੀ, ਸਾਈਟ ਕਲੀਨ ਅਪ, ਓਵਰਆਲ ਡਿਸਕਸ ਕਰਾਂਗੇ। Sunny, welcome today to another episode of Construct It and we're glad to have you here. Thank you, Virji. Thank you. I'm great to be here. ਸੋ ਆਜੋ ਜੀ, ਲੈਟਸ ਸਟਾਰਟ ਡੂਇੰਗ ਆਰ ਵਾਕ ਥਰੂ। ਆਪਾਂ ਸ਼ੁਰੂ ਕਰਾਂਗੇ ਜਿੱਥੇ ਫਰੇਮਿੰਗ ਚੱਲਦੀ ਆ, ਰੂਫਿੰਗ ਚੱਲਦੀ ਆ, ਤੇ ਉਹ ਯੂਨਿਟਾਂ ਤੇ ਫੋਕਸ ਕਰਕੇ, ਤੇ ਉਸ ਤੋਂ ਬਾਅਦ we'll continue our walk through of the site ਜਿੱਥੇ ਰਫ ਐਂਡ ਵਰਕ ਚੱਲ ਰਿਹਾ, ਤੇ ਥੋੜੀ ਜੀ ਆਪਾਂ ਡਿਸਕਸ ਕਰਾਂਗੇ ਇਸ ਪੁਆਇੰਟ ਤੇ ਰੀਅਲ ਏਸਟੇਟ ਮਾਰਕੀਟ 'ਚ ਕੀ ਹੋ ਰਿਹਾ। ਸੋ ਫੋਲੋ ਮੀ ਨਾਓ। ਸੋ ਹੁਣ ਜੀ ਅਸੀਂ ਸਾਈਟ ਤੇ ਖੜੇ ਆ, ਮਲਟੀਪਲ ਯੂਨਿਟ ਬਣ ਰਹੇ ਆ। ਰੀਅਲ ਏਸਟੇਟ ਮਾਰਕੀਟ ਇਸ ਟਾਈਮ ਤੇ ਬਹੁਤ ਹੌਟ ਆ। ਜੇ ਤੁਸੀਂ ਫੋਲੋ ਕਰ ਰਹੇ ਆ, ਬਿਲਡਰਸ ਐਂਡ ਡਿਵੈਲਪਰਾਂ ਨੂੰ ਇਹ ਪ੍ਰੋਬਲਮ ਆ ਰਹੀ ਆ, ਗਾਂ ਲਾਟਾਂ ਲੱਭ ਨਹੀਂ ਰਹੀਆਂ, ਮਲਟੀ ਫੈਮਿਲੀ ਸਾਈਟਸ ਨਹੀਂ ਲੱਭ ਰਹੇ। ਆਲਸੋ ਜਿਹੜੇ ਬੰਦੇ ਘਰ ਲੱਭ ਰਹੇ ਆ, ਉਹ ਵੀ ਬਿਡਿੰਗ ਵਾਰਸ ਅਗੇਨ ਚੱਲ ਰਹੀਆਂ ਨੇ, ਓਵਰ ਆਸਕਿੰਗ ਘਰ ਵਿਕ ਰਹੇ ਆ। Sunny, anything you're out on a day-to-day, site to site, subdivision to subdivision, any comments you want to add about the market and ਕਿਵੇਂ ਚੱਲ ਰਿਹਾ ਕੰਮ ਹੁਣ ਬਾਹਰ? ਵੀਰ ਜੀ ਤੁਸੀਂ ਬਹੁਤ ਸਹੀ ਕਿਹਾ। ਐਤਕੀ ਮਾਰਕੀਟ ਬਹੁਤ ਆਪਣੀ ਹੁਣ ਤੇਜ਼ ਚੱਲਦੀ ਹੈ, ਪ੍ਰਾਈਸਿਸ ਬਹੁਤ ਉੱਪਰ ਨੂੰ ਚਲੀ ਗਈਆਂ, ਤੇ ਬਿਲਡਰ ਹੁਣ ਆਪਦੇ ਪ੍ਰੋਜੈਕਟਸ ਜਲਦੀ ਫਿਨਿਸ਼ ਕਰੀ ਜਾਂਦੇ, ਕਰਕੇ ਸਾਰਾ ਕੁਝ ਵਿਕੀ ਜਾਂਦਾ ਟਾਊਨ ਹਾਊਸਾਂ 'ਚ। ਬਟ ਅੱਗੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਕਰਕੇ ਉਹਨਾਂ ਨੂੰ ਹੋਰ ਕੋਈ ਸਾਈਟਾਂ ਲੱਭਦੀਆਂ ਨਹੀਂ, ਕਰਕੇ ਪ੍ਰਾਈਸਿਸ ਲੈਂਡ ਦੀਆਂ ਇੰਨੀਆਂ ਚੜ੍ਹ ਗਈਆਂ। ਪਹਿਲੀ ਗੱਲ। ਦੂਜੀ ਗੱਲ, ਲੈਂਡ ਹੈ ਹੀ ਨਹੀਂ, ਦੇਅਰਸ ਅ ਸ਼ੋਰਟੇਜ। ਯੈਸ, ਐਗਜ਼ੈਕਟਲੀ। ਸੋ ਅਗੇਨ ਹੁਣ ਗਾਂ ਡਿਮਾਂਡ ਐਂਡ ਸਪਲਾਈ ਤੇ ਚੱਲਦਾ। ਐਜ਼ ਵੀ ਨੋ, ਡਿਮਾਂਡ ਇਜ਼ ਵੈਰੀ ਹਾਈ, ਸਪਲਾਈ ਇਜ਼ ਵੈਰੀ ਸਕਾਰਸ। ਸੋ ਇਹ ਆਪਾਂ ਹੁਣ ਦੇਖਾਂਗੇ ਵੀ ਜਿਹੜੀ ਚੀਜ਼ ਲੱਭਦੇ ਆ ਉਹ ਐਗਜ਼ੈਕਟ ਚੀਜ਼ ਮੇ ਵੀ ਨਾ ਮਿਲੇ। ਸੋ ਟੁਡੇ ਆਪਾਂ ਸਾਈਟ ਤੇ ਆ ਜਿੱਥੇ ਯੂਨਿਟ ਅਲੱਗ-ਅਲੱਗ ਸਟੇਜ ਤੇ ਨੇ। ਯੂਨਿਟਸ ਹੀਅਰ ਆਲਸੋ ਫॉर ਸੇਲ। We just spoke to the developer ਜਦੋਂ ਅਸੀਂ ਔਨ ਸਾਈਟ ਆਏ ਆ। ਆਲਰੇਡੀ ਕਪਲ ਯੂਨਿਟਸ ਹੈਵ ਸੋਲਡ, ਤੇ ਆਬਵੀਅਸਲੀ ਡਿਮਾਂਡ ਇਜ਼ ਹਾਈ, ਕਾਲਸ ਆ ਰਹੀਆਂ ਨੇ ਐਂਡ ਇੰਟਰਸਟ ਬਹੁਤ ਹਾਈ ਆ। ਇਹਨਾਂ ਨੂੰ ਵੀ ਫਿਕਰ ਆ ਅਸੀਂ ਗਾਂ ਇਹ ਤੇ ਬਣਾ ਕੇ ਵੇਚ ਦੇਣੇ ਆ, ਪਰ ਹੁਣ ਗਾਂ ਨਹੀਂ ਕੁਛ ਲੱਭ ਰਿਹਾ। ਸੋ ਫੋਲੋ ਅਸ ਨਾਓ ਸਨੀ, ਲੈਟਸ ਟੇਕ ਅ ਜਨਰਲ ਲੁੱਕ। ਹੀਅਰ ਫਰੇਮਿੰਗ ਸਟੇਜ ਚੱਲ ਰਹੀ ਹੈ, ਉੱਧਰ ਫਿਨਿਸ਼ਿੰਗ ਸਟੇਜ ਚੱਲ ਰਹੀ ਆ। ਸੋ ਇੱਥੇ 6-7 ਮਹੀਨਿਆਂ ਬਾਅਦ ਬਿਲਡਰ ਦਾ ਕੰਮ ਮੁੱਕ ਜਾਣਾ, ਤੇ ਫਿਰ ਇਹਨਾਂ ਨੂੰ ਗਾਂ ਨੈਕਸਟ ਪ੍ਰੋਜੈਕਟ ਲੱਭਣਾ ਪੈਣਾ। ਬਟ ਹਾਂਜੀ, it's going to be tough. It is, Virji. So let's continue. This unit here, duplex style townhouses. ਹਾਂਜੀ। ਇਹ ਹੁਣ ਫਰੇਮਿੰਗ ਚੱਲ ਰਹੀ ਆ, ਰੂਫਿੰਗ ਚੱਲ ਰਹੀ ਆ ਸਨੀ, ਐਂਡ ਆਲਸੋ ਆਪਣੀ ਰਫ ਐਂਡ ਵਰਕ ਪ੍ਰੋਬਬਲੀ ਸ਼ੁਰੂ ਹੋ ਰਿਹਾ। ਹਾਂਜੀ। ਕੀ ਜਾਣਕਾਰੀ ਇੱਥੇ ਸਾਨੂੰ ਦੇ ਸਕਦੇ ਹੋ? ਬੈਟਰ ਬਿਲਡਿੰਗ ਪ੍ਰੈਕਟਿਸਿਸ, ਥਿੰਗਸ ਵੀ ਸ਼ੁਡ ਲੁੱਕ ਫॉर। ਵੀਰ ਜੀ, ਮੈਂ ਪਹਿਲੀ ਗੱਲ ਆ, ਜਿਵੇਂ ਹੁਣ ਤੁਸੀਂ ਪ੍ਰਾਈਸਾਂ ਗੱਲ ਕਰਦੇ ਆ, ਜ਼ਮੀਨ ਦੀ ਬਹੁਤ ਉੱਪਰ ਨੂੰ ਚਲੀ ਗਈਆਂ, ਲੰਬਰ ਦੀਆਂ ਪ੍ਰਾਈਸਾਂ ਵੀ ਉੱਪਰ ਨੂੰ ਬਹੁਤ ਚਲੀ ਗਈਆਂ। ਕਈ ਜਗ੍ਹਾ ਦੁਗਣੀਆਂ ਹੋ ਗਈਆਂ ਆਮ, ਕਈ ਜਗ੍ਹਾ ਕਈ ਚੀਜ਼ਾਂ ਲੰਬਰ ਦੀਆਂ ਉਹ ਤਿਗਣੀਆਂ ਹੋ ਗਈਆਂ। ਦੇ ਟ੍ਰਿਪਲਡ ਇਨ ਪ੍ਰਾਈਸ। ਸੋ ਹੁਣ ਤੁਸੀਂ ਕਈ ਜੌਬਾਂ 'ਤੇ ਚੱਲਦੇ ਆ, ਸਿੰਗਲ ਫੈਮਿਲੀ 'ਤੇ, ਮਲਟੀ ਫੈਮਿਲੀ 'ਤੇ, ਜਿੱਥੇ ਬਿਲਡਰ ਵਰਤਦੇ ਆ ਪਲਾਈਵੁੱਡ ਕੰਧਾਂ 'ਤੇ, ਕਰਕੇ ਪਲਾਈਵੁੱਡ ਦੀ ਪ੍ਰਾਈਸ ਇਸ ਮੌਕੇ 'ਤੇ ਕਈ ਲੰਬਰ ਮਿਲਾਂ 'ਤੇ ਆਪਣੀ ਜਿਹੜੀ ਲੱਕੜ ਹੈ OSB ਇਹਦੇ ਨਾਲੋਂ ਸਸਤੀ ਹੋਈ ਪਈ ਆ। ਸੋ ਪਹਿਲਾਂ ਲੋਕ ਕਦੇ ਪਲਾਈਵੁੱਡ ਵਰਤਣਾ ਹਟ ਗਏ ਸੀਗੇ, ਕਰਕੇ ਪਲਾਈਵੁੱਡ ਦੀ ਪ੍ਰਾਈਸ ਉੱਪਰ ਸੀਗੀ। ਹੁਣ ਲੋਕ ਪਲਾਈਵੁੱਡ ਵਰਤਣ ਲੱਗ ਪਏ ਦੁਬਾਰਾ, ਕਰਕੇ ਉਹਨਾਂ ਦੀ ਪ੍ਰਾਈਸ ਥੱਲੇ ਨੂੰ ਆ ਗਈ। ਪਲਾਈਵੁੱਡ ਦੀ ਸਟਰੈਂਥ ਸ਼ੀਅਰ ਵੈਲਿਊ ਵਾਸਤੇ ਚੰਗੀ ਨਹੀਂ ਹੁੰਦੀ। ਮਤਲਬ ਜਿਵੇਂ ਤੁਸੀਂ ਸਿੱਧੀ ਖੜੀ ਕਰਦੇ ਆ ਵੀਰ ਜੀ, ਹੈ ਨਾ, ਤੇ ਕੋਈ ਅਰਥਕੁਏਕ ਆਉਂਦਾ ਤੇ ਕੋਈ ਧਰਤੀ ਹਿਲਦੀ ਆ, ਉਹਦੀ ਸ਼ੀਅਰ ਵੈਲਿਊ ਨਹੀਂ ਚੰਗੀ ਹੁੰਦੀ। OSB ਦੀ ਸ਼ੀਅਰ ਵੈਲਿਊ ਬਹੁਤ ਵਧੀਆ ਹੁੰਦੀ ਆ। ਆਪਾਂ ਰეკਮੈਂਡ ਕਰਦੇ ਆ ਤੁਸੀਂ ਕੰਧਾਂ 'ਤੇ ਵਰਤੋ। ਪਲਾਈਵੁੱਡ ਵੀ ਠੀਕ ਆ, ਪਰ ਆਪਾਂ ਹਮੇਸ਼ਾ ਰეკਮੈਂਡ ਕਰਦੇ ਆ ਰੂਫ 'ਤੇ ਤੁਸੀਂ ਪਲਾਈਵੁੱਡ ਵਰਤੋ, ਕਰਕੇ ਉੱਥੇ ਸ਼ੀਅਰ ਵੈਲਿਊ ਉੱਥੇ ਚੱਲਦਾ ਨਹੀਂ, ਵਰਟੀਕਲ 'ਤੇ ਚੱਲਦਾ, ਹੋਰੀਜ਼ੋਨਟਲ 'ਤੇ ਨਹੀਂ ਚੱਲਦਾ। ਐਕਸਲੈਂਟ। ਹੋਰ ਥਿੰਗਸ ਐਟ ਦਿਸ ਸਟੇਜ, ਚੀਜ਼ਾਂ ਖੁੱਲੀਆਂ ਪਈਆਂ ਸਨੀ, ਯੂ ਕੈਨ ਸੀ ਲੋਟਸ ਆਫ ਥਿੰਗਸ ਰਾਈਟ ਫਰਮ ਸਮ ਅ ਪਾਰਟ ਆਫ ਦਾ ਫਾਊਂਡੇਸ਼ਨ ਵਾਲ ਆਪਾਂ ਨੂੰ ਦਿਸਦੀ ਆ। ਵੀ ਕੈਨ ਸੀ ਸਮ ਆਫ ਦਾ ਡੈਮ ਪ੍ਰੂਫਿੰਗ। ਸੋ ਇਸ ਸਟੇਜ 'ਤੇ ਇਹ ਚੀਜ਼ਾਂ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਆਪਾਂ ਨੂੰ ਇੱਥੇ ਦਿਸਦਾ ਫਾਊਂਡੇਸ਼ਨ 'ਤੇ ਵੀ ਇਹਨਾਂ ਨੇ ਡੈਮ ਪ੍ਰੂਫਿੰਗ ਕਰਕੇ ਉੱਤੇ ਦੀ ਮੈਂਬਰੇਨ ਲਾਈ ਹੋਈ ਆ। ਡੈਲਟਾ MS ਮੈਂਬਰੇਨ ਇਜ਼ ਵਿਜ਼ੀਬਲ। Once this is done, obviously this membrane will not be exposed, am I correct? Most of it will be below grade to protect it from the UV rays? ਬਿਲਕੁਲ ਵੀਰ ਜੀ, ਹਾਂਜੀ, to protect it from the sunlight.
ਤੇ ਆਪਾਂ ਪਿਛਲੇ ਐਪੀਸੋਡਸ ਵੀ ਗੱਲ ਕਰਦੇ ਆ ਆਪਾਂ ਹਮੇਸ਼ਾ ਬੈਕਿੰਗ ਦੀ ਗੱਲ ਕਰਦੇ ਆ ਆਪਾਂ ਲੇਆਊਟ ਦੀ ਗੱਲ ਕਰਦੇ ਆ ਤੁਸੀਂ ਆਹ ਯੂਨਿਟ ਦੇਖ ਸਕਦੇ ਆ ਇਟਸ ਅ ਮਾਡਰਨ ਲੇਆਊਟ ਇਟਸ ਸਕੁਅਰ ਇੱਥੇ ਆਪਣੇ ਕੋਲ ਉੱਪਰ ਆਪਣੇ ਕੋਲ ਐਸ਼ਫਾਲਟ ਸ਼ਿੰਗਲ ਰੂਫਿੰਗ ਲੱਗੂਗੀ ਇੱਥੇ ਆਪਣੀ ਫਲੈਟ ਰੂਫ ਥੱਲੇ ਫਲੈਟ ਰੂਫ ਬਾਅਦ ਚ ਲੱਗੂਗੀ ਓਕੇ ਤੁਸੀਂ ਦੇਖ ਸਕਦੇ ਆ ਥੱਲੇ ਫਲੈਟ ਰੂਫ SBS ਮੈਂਬਰੇਨ ਉੱਪਰ ਲਮਕਦਾ ਤੇ ਓਵਰ ਦਾ ਐਜ ਤੇ ਤੁਸੀਂ ਦੇਖ ਸਕਦੇ ਆ ਕੋਰਨਰ ਤੇ ਡਰੇਨ ਵੀ ਹੈਗੀ ਆ ਓਕੇ ਲੋਹੇ ਦੀ ਡਰੇਨ ਉਹ ਜਿਹੜੀ ਪਾਈਪ ਆ ਰਹੀ ਆ ਆਊਟ ਦਾ ਸਾਈਡ ਵਾਲ देयर ਆਪਣੇ ਪੋਸਟ ਦੇ ਉੱਪਰ ਤੇ ਇੱਥੇ ਲੇਆਊਟ ਇੰਪੋਰਟੈਂਟ ਹੈ ਕਰਕੇ that is a drain for your upper deck or upper roof for the upper roof upper deck, lower right? roof yeah okay And you don't want it to drain right where it's in the front of the home you want to kind of have the layout done so it's in a discreet location around a corner ਕੋਈ ਕਿਤੇ ਜਿੱਥੇ ਇਹਨਾਂ ਦਿਖੇ ਨਾ ਪਾਣੀ ਡਿੱਗਦਾ okay also we could see they've put the treated wood strips in the foundation so they'll be able to extend their cladding down as necessary here you presume ਹਾਂਜੀ That's upper constructions ਕਹਿੰਦੇ ਨੇ sleepers they put the sleepers in the foundation ਹੁਣ ਜਿਹੜੀ cladding ਹੋਊਗੀ ਉਹਦੀ backing ਰਹੂਗੀ cladding ਨੂੰ ਲੱਗਣ ਵਾਸਤੇ okay and just like we look at shower doors and things where they're going to fasten it ਉੱਥੇ backing ਹੈਗੀ ਆ ਫਿਰ ਉਹ screw ਉਹਦੇ ਨਾਲ ਹੋ ਜਾਊਗੀ as per manufacturer's guidelines ਹਾਂਜੀ ਬਿਲਕੁਲ there's manufacturers recommendations and then there's best practices okay and then there's our warranty recommendations we recommend that when we're installing framing straps on the exterior the framer should have a roll of building paper ਉਹਦੇ ਕੋਲ 6 ਇੰਚ ਦਾ ਚੌੜਾ 8 ਇੰਚ ਦਾ ਚੌੜਾ ਫਰੇਮਰ ਕੋਲੇ ਹੋਵੇ ਔਰ ਆਪਾਂ ਦੇ ਦਈਏ ਫਿਰ ਜਦੋਂ ਸਟ੍ਰੈਪਾਂ ਲਾਉਂਦੇ ਉਹ ਪਹਿਲਾਂ ਪੇਪਰ ਲਾ ਸਕਦੇ ਆਪਾਂ ਰეკਮੈਂਡ ਕਰਦੇ ਆ ਜਦੋਂ ਦੋ ਚੀਜ਼ਾਂ ਅੱਡ ਦੀਆਂ ਲੱਗਦੀਆਂ ਉਹਦੇ ਵਿੱਚ ਕੋਈ ਚੀਜ਼ ਹੋਵੇ ਡਿਸਿਮਿਲਰ ਪ੍ਰੋਡਕਟ ਦੇ ਵਿੱਚ ਕੋਈ ਬ੍ਰੇਕ ਹੋਵੇ ਪੇਪਰ ਲੱਗੇ okay so again this strap is open when as point they just need to slide a piece of building paper in behind before they fasten it just to create the separation we metal the wood in contact and on ek duje naal again better building practice people are still you see it on some sites you don't see it but again ਇਹ practice follow ਕਰਾਂਗੇ longevity ਵਧੂਗੀ ਹਰੇਕ product ਹੀ ਜਦੋਂ ਇੱਕ ਦੂਜੇ ਨਾਲ in contact ਆਉਣਗੇ am I right Sunny ਬਿਲਕੁਲ ਵੀਰ ਜੀ ਬਿਲਕੁਲ and as a builder ਆਪਾਂ ਹੁਣ framer ਨਹੀਂ ਕਈ builder framer ਨਹੀਂ they're builders they're developers ਇਹ ਜਿਹੀਆਂ ਚੀਜ਼ਾਂ ਤੁਸੀਂ ਆਪਦੇ ਟਰੱਕ ਦੇ ਵਿੱਚ ਲੈ ਕੇ ਰੱਖੋ ਛੋਟੇ ਫਰੇਮਰ ਕੋਲੇ ਹੋਣੀ ਨਹੀਂ ਤੁਸੀਂ ਜਦੋਂ ਸਪਲਾਈ ਦੀ ਚੱਕਣ ਜਾਂਦੇ ਆ 6 ਇੰਚ ਦਾ ਰੋਲ ਸਿਲ ਗੈਸਕਟ ਇਹ ਜਿਹੀਆਂ ਚੀਜ਼ਾਂ ਆਪਦੇ ਟਰੱਕ ਦੇ ਵਿੱਚ ਰੱਖ ਲਿਆ ਕਰੋ ਤੁਹਾਨੂੰ ਲੋਡ ਪੈਣ ਜਦੋਂ ਲੋਡ ਪੈਣਗੀਆਂ ਤੁਹਾਡੇ ਕੋਲੇ ਹੋਣਗੀਆਂ so Sunny talking about dissimilar materials we have the wood framing we have the concrete foundation wall yes and then we have a break in between any comments here so Viji this is necessary to give us a thermal break to give us a gasket at the thermal break it is ਜ਼ਰੂਰੀ ਹੈ ਵੀਰ ਜੀ ਲੱਕੜ ਗਲਣ ਤੋਂ ਰੱਖਣ ਵਾਸਤੇ okay and ensure ਕਰੋ ਸਾਰੀ ਲੱਗੀ ਵੀ ਆ so it should run all the way around the perimeter ਜਿੱਥੇ frame ਉੱਤੇ ਬੈਠਾ foundation ਦੇ ਜਿੱਥੇ dissimilar material ਮਿਲ ਰਹੇ ਆ ਉਹਨਾਂ 'ਚ ਗੈਪ ਜ਼ਰੂਰੀ ਆ and it's there by a building code I presume or minimum building standards ਹਾਂਜੀ okay also looking around it is that framing stage ਜੇ ਤੁਸੀਂ ਦੇਖੋਗੇ ਸਾਈਡ ਤੇ ਕਲੀਨ ਅਪ ਚੱਲ ਰਹੀ ਆ ਸਾਨੂੰ ਐਡਵਾਈਸ ਕੀਤਾ ਸੀ we were one day early as ਉਹ ਕੰਮ ਕਰ ਰਹੇ ਨੇ ਪਰ anyways they're cleaning up because ਹੁਣ ਸਾਈਟ ਐਕਟਿਵ ਸਾਈਟ ਆ ਸਮਾਨ ਫਰੇਮਰ ਸਿੱਟ ਰਹੇ ਆ ਉਸ ਤੋਂ ਬਾਅਦ ਇਹ ਸਮਾਨ ਇਕੱਠਾ ਕਰਨਗੇ ਪਰ ਇਹ ਕੋਸ਼ਿਸ਼ ਕਰੋ ਵੀ ਫਰੇਮਰ ਵੀ ਇੱਕ ਥਾਂ ਸਿੱਟਣ ਨਾਲ ਦੀ ਨਾਲ ਕਲੀਨ ਅਪ ਹੋਈ ਜਾਵੇ ਬਿਕਾਜ਼ ਜੇ ਕੋਈ ਬਾਹਰੋਂ ਆ ਜਾਵੇ ਕੋਈ ਸਬ ਟ੍ਰੇਡ ਆ ਜਾਵੇ ਜਿਹਨੂੰ ਨਹੀਂ ਪਤਾ ਤੇ ਉਹਨਾਂ ਦੇ ਕੋਈ ਸੱਟ ਲੱਗੇ ਆਬਵੀਅਸਲੀ ਉਹਨਾਂ ਲਈ ਡੇਂਜਰਸ ਆ ਸੋ Sunny you would agree that as they have to throw the material but they should kind of have designated locations so it's gathered up nicely ਹਾਂਜੀ ਵੀਰ ਜੀ ਆਪਾਂ ਕੋਈ ਵੀ ਬਿਲਡਰ ਨਾਲ ਆਪਾਂ ਗੱਲ ਕਰਦੇ ਆਪਾਂ ਉਹਨਾਂ ਨੂੰ ਕਹਿੰਦੇ ਤੁਸੀਂ ਆਪਦੇ ਕੰਟਰੈਕਟ ਦੇ ਵਿੱਚ ਲਿਖਾ ਲਿਆ ਕਰੋ ਬੰਦਿਆਂ ਨੂੰ ਤੁਸੀਂ ਆਪਦਾ ਗਾਰਬੇਜ ਤੁਹਾਨੂੰ ਲਿਜਾਣ ਦੀ ਜ਼ਰੂਰਤ ਨਹੀਂ ਪਰ ਇੱਕ ਜਗ੍ਹਾ ਇਕੱਠਾ ਕਰਕੇ ਰੱਖ ਦਿਆ ਕਰੋ ਓਕੇ ਇਟਸ ਅ ਸੇਫਟੀ ਹੈਜ਼ਰਡ ਟੂ ਅਸੀਂ ਹੁਣ ਵਾਰੰਟੀ ਦੇ ਤੌਰ ਤੇ ਆਪਾਂ ਤਾਂ ਕਿਤੇ ਵੀ ਚਲੇ ਜਾਂਦੇ ਆ ਆਪਦੇ ਕਲਾਇੰਟ ਵਾਸਤੇ ਪਰ ਜਿਹੜੇ ਸਿਟੀ ਦੇ ਬਿਲਡਿੰਗ ਇੰਸਪੈਕਟਰ ਉਹ ਕਈ ਜਗ੍ਹਾ ਅੰਦਰ ਵੜਦੇ ਹੀ ਨਹੀਂ ਦੇ ਵਿਲ ਨਾਟ ਕਮ ਐਂਡ ਡੂ ਯੂਰ ਇੰਸਪੈਕਸ਼ਨ ਇਫ ਦ ਸਾਈਟ ਇਜ਼ ਨਾਟ ਸੇਫ ਜੇ ਉਹਨੂੰ ਕਹਿੰਦੇ ਹਾਊਸਕੀਪਿੰਗ ਜੇ ਨਾ ਹੋਈ ਹੋਵੇ ਹੁਣ ਇੱਥੇ ਤੁਸੀਂ ਦੇਖ ਸਕਦੇ ਆ ਫਾਊਂਡੇਸ਼ਨ ਦੇ ਵਿੱਚ ਆਪਣੀਆਂ ਨੇਲਸ ਚੈੱਕ ਆਊਟ ਕਰਦੀਆਂ ਕੋਈ ਵੀ ਬੰਦਾ ਇੱਥੇ ਕੰਮ ਕਰਦਾ ਕੁਝ ਵੀ ਹੁੰਦਾ ਤੇ ਕਾਫੀ ਸੱਟ ਵੱਜ ਸਕਦੀ ਹੈ ਯੈਸ ਐਂਡ ਦਿਸ ਇਜ਼ ਕਾਮਨ ਪ੍ਰੈਕਟਿਸ ਯਾਨੀ ਬਹੁਤ ਸਾਈਟਾਂ ਤੇ ਜਾਈਦਾ ਹੁੰਦਾ ਬਿਕਾਜ਼ ਉਹ ਐਂਡ ਤੇ ਜਾ ਕੇ ਜਾਂ ਬੈਂਡ ਕਰ ਦਿੰਦੇ ਜਾਂ ਗ੍ਰਾਈਂਡ ਕਰ ਦਿੰਦੇ ਆ ਸੋ ਆਈਵ ਨੋਟਿਸ ਵੀ ਇਹ ਚੱਲਦਾ ਰਹਿੰਦਾ ਇਟਸ ਕਾਈਂਡ ਆਫ ਸਮਥਿੰਗ ਦੈਟਸ ਗੈਟਸ ਲੈਫਟ ਟੂ ਦੀ ਐਂਡ to complete am I correct ਹਾਂਜੀ ਬਿਲਕੁਲ
Okay, another pet peeve of mine, ਜਿਹੜੀ ਆਪਣੀ ਕੰਕਰੀਟ ਕਾਲਮ ਆ ਪੋਸਟ ਲਈ ਜਿਹੜੀ ਹੁੰਦੀ ਆ ਇਹਦੇ ਤੇ ਕਾਰਡਬੋਰਡ ਆਲਵੇਜ਼ ਰეკਮੈਂਡ ਕਰ ਦਈਦਾ ਜੀ ਇਹਨੂੰ ਰਿਮੂਵ ਕਰ ਦਿਆ ਕਰੋ ਐਟ ਫਾਊਂਡੇਸ਼ਨ ਸਟੇਜ ਬਿਫੋਰ ਬੈਕਫਿਲ ਉਹਦਾ ਇਹ ਪਤਾ ਲੱਗ ਜਾਂਦਾ that the concrete is properly flowed down, there's no exposed rebar left, because ਜਿਹੜਾ cardboard ਆ over time ਇਹਨੇ ਗਲ ਜਾਣਾ. Always good practice, Sunny, you'd agree to just strip it before you backfill? Absolutely, ਵੀਰ ਜੀ ਆਪਾਂ ਜਦੋਂ ਵੀ ਕੋਈ ਫਾਊਂਡੇਸ਼ਨ ਇਨਸਪੈਕਸ਼ਨ ਕਰਨ ਜਾਂਦੇ ਹੁੰਦੇ ਆ ਚੰਗਾ ਬਿਲਡਰ ਹੋਵੇ ਚੰਗਾ ਵੀ ਬਿਲਡਰ ਹੋਵੇ ਆਪਾਂ ਹਮੇਸ਼ਾ ਨੋਟ ਪਾ ਦਿੰਦੇ ਕਰਕੇ this gets forgotten and ਜਦੋਂ ਇੱਕ ਵਾਰੀ ਤੁਸੀਂ forget ਕਰਤਾ ਇਹਨੂੰ ਖਿੱਚਣਾ ਬਾਅਦ ਚ ਬਹੁਤ ਮੁਸ਼ਕਲ ਆ. Yes, okay. And ਜਦੋਂ ਜਿਹੜਾ post set ਕਰਦਾ on the column, sometimes I've had people there that were concerned, or even I've had builder clients thinking their framer has moved it over this way or that way, and we can see this one is off center. Obviously that's not a concern in regards to structural issues as long as it's within the post. Am I correct? That is correct. There is a calculation as to kinna over ho sakda. Okay. I believe it's up to 2/3 ਜੇ ਉੱਪਰ ਹੋਵੇ ਉਹ ਠੀਕ ਰਹਿ ਸਕਦਾ ਹੈ. 1/3 ਉੱਪਰ ਬਾਹਰ ਹੋਵੇ ਉਹ ਐਕਸੈਪਟ ਕਰ ਲੈਂਦੇ ਆ. Okay. And again, yeah, so ਇਹ ਵੀ ਕਈ ਵਾਰੀ ਲੋਕਾਂ ਨੂੰ ਕੰਸਰਨ ਹੋ ਜਾਂਦੀ ਸਾਡਾ ਘਰ ਬਣ ਰਿਹਾ ਅਸੀਂ ਆਏ ਹੋਏ ਆ ਤੇ ਸਾਡਾ ਬਿਲਡਰ ਕਹਿੰਦਾ ਠੀਕ ਆ. So these type of things ਇਹਨਾਂ ਦੇ rules and regulations ਹੁੰਦੇ ਆ. So not always does this have to be in the center, it could be off because ਇਹਦੇ ਉੱਤੇ ਮਗਰੋਂ ਉਹਨਾਂ ਨੇ ਫਿਨਿਸ਼ ਕਰ ਦੇਣਾ finishing material ਲਾ ਕੇ. So ਇਹ actually ਦਿਸਣਾ ਨਹੀਂ as you move into the next stages, as we'll see as we walk along further in this project. So as we continue to walk around the building ਇੱਥੇ ਅਲੱਗ-ਅਲੱਗ ਚੀਜ਼ਾਂ ਦਿਸ ਰਹੀਆਂ. Obviously ਆਪਾਂ ਨੂੰ very good stage to visit at and to look at things which are visible. ਹੁਣ ਆ ਵਿੰਡੋ ਦੇ ਆਪਣੇ ਬੇਸਮੈਂਟ ਵਿੰਡੋ ਵੈਲ ਬਣ ਰਹੇ ਨੇ ਸਨੀ. ਪਹਿਲੀ ਗੱਲ we have the basement window detail ਜਿਹੜੀ ਆਪਣੇ in concrete ਹੈਗੀ ਆ embedded, and it obviously has a separation and there's treated wood installed there. But any comments or anything you'd like to recommend about anything in this area, Sunny? ਵੀਰ ਜੀ as you ਤੁਸੀਂ ਮੈਨੂੰ ਜਾਣਦੇ ਆ ਮੇਰੀ ਇੱਕ ਪੈਟ ਪੀਵ ਇੱਥੇ ਹੁੰਦੀ ਆ ਐਂਡ ਉਹ ਪੈਟ ਪੀਵ ਦਾ ਮਤਲਬ ਇੱਕ ਚੀਜ਼ ਜਿਹੜੀ ਮੈਨੂੰ ਹਮੇਸ਼ਾ ਤੰਗ ਕਰਦੀ ਹੈ ਜਦੋਂ ਨਹੀਂ ਹੁੰਦੀ ਜਿਹੜੀ ਆਪਣੀ ਆ ਇੱਥੇ ਲੱਕੜ ਹੁੰਦੀ ਆ ਲੱਕੜ ਪਹਿਲੀ ਗੱਲ ਜਿਹੜੀ ਆਪਣੀ ਸੀਮੈਂਟ ਦੇ ਵਿੱਚ ਹੁੰਦੀ ਹੈ ਇਹ ਪ੍ਰੈਸ਼ਰ ਟ੍ਰੀਟਡ ਹੋਣੀ ਚਾਹੀਦੀ ਹੈ ਕਰਕੇ ਇਹਨੇ ਸੀਮੈਂਟ ਦੇ ਨਾਲ ਲੱਗਣਾ ਹੈ ਨਾ ਤੇ ਆਪਾਂ ਇੱਥੇ ਗੈਸਕਟ ਉਦੋਂ ਪਾ ਨਹੀਂ ਸਕਦੇ. ਸੋ ਸਪੈਸ਼ਲ ਨੰਬਰ ਹੁੰਦੀ ਹੈ ਪ੍ਰੈਸ਼ਰ ਟ੍ਰੀਟਡ. ਹੁਣ ਤੁਸੀਂ ਦੇਖ ਸਕਦੇ ਇੱਥੇ ਮੇਖਾਂ ਨਿਕਲੀਆਂ ਵੀ ਹੁੰਦੀਆਂ. ਇਹ ਮੇਖਾਂ ਆਪਾਂ ਤਾਂ ਸਾਫ਼ ਕਰਨੀਆਂ ਹੀ ਹੁੰਦੀਆਂ. ਕਈ ਵਾਰੀ ਆਪਾਂ ਖੀਰ 'ਚ ਕਰਦੇ ਹਾਂ. ਜਦੋਂ ਆਪਾਂ ਖੀਰ 'ਚ ਕਰਦੇ ਹਾਂ ਇੱਕ ਚੀਜ਼ ਕਈ ਵਾਰੀ ਮਿਸ ਹੋ ਜਾਂਦੀ ਆ. ਇੱਥੇ ਆਪਣੀ ਬਲੂ ਸਕਿਨ ਆਪਾਂ ਨੂੰ ਕਹਿੰਦੇ ਆ ਪੀਲ ਐਂਡ ਸਟਿਕ. ਆਪਾਂ ਰეკਮੈਂਡ ਕਰਦੇ ਹਾਂ ਬਲੂ ਸਕਿਨ ਔਰ ਉਹਦੇ ਵਰਗੇ ਹੋਰ ਕੋਈ ਮਟੀਰੀਅਲ ਪ੍ਰੋਟੈਕਟੋ ਰੈਪ ਕਈ ਮਟੀਰੀਅਲ ਆ ਜਾਂਦੇ ਆ ਜਿਹੜਾ ਤੁਸੀਂ ਇਹਨੂੰ ਸੀਲ ਕਰੋ. ਆਪਣਾ ਜਿਹੜਾ ਟ੍ਰਾਂਜੀਸ਼ਨ ਆ ਕੰਕਰੀਟ ਤੇ ਵੁੱਡ ਦੇ ਨਾਲ ਉਹ ਜਿਹੜੀ ਲਾਈਨ ਆ ਉਹਨੂੰ ਸੀਲ ਕਰੋ. ਉਹ ਕਈ ਵਾਰੀ ਜਦੋਂ ਅਸੀਂ ਕਲੈਡਿੰਗ ਲਾ ਦਿੰਦੇ ਆ ਉਹਦੀ ਸਾਈਡਿੰਗ ਲਾ ਦਿੰਦੇ ਆ ਉਹ ਪਾਸਿਆਂ ਤੋਂ ਦਿਖਦੀ ਹੁੰਦੀ ਹੈ ਉਹ ਆਪਾਂ ਨਾਲ ਦੀ ਨਾਲ ਟ੍ਰਿਮ ਕਰ ਦਿੰਦੇ ਆ ਉਹ ਚਲੀ ਜਾਂਦੀ ਹੈ. ਪਰ ਜਿਹੜੀ ਉਹਦੀ ਟ੍ਰਾਂਜੀਸ਼ਨ ਹੁੰਦੀ ਹੈ ਜਿਹੜੀ ਉਹਦੀ ਲਾਈਨ ਹੁੰਦੀ ਹੈ ਉਹ ਹਮੇਸ਼ਾ ਸੀਲ ਰਹਿੰਦੀ ਹੈ. ਪਾਣੀ ਨਹੀਂ ਅੰਦਰ ਜਾਊ ਫਿਰ pretty much, right? ਹਾਂਜੀ. ਸੋ ਆਪਾਂ ਕਾਕਿੰਗ ਫੇਸ ਸੀਲ ਤਾਂ ਕਰ ਦਿੰਦੇ ਆ ਜਦੋਂ ਕਲੈਡਿੰਗ ਲੱਗ ਜਾਵੇ ਪਰ ਉਸ ਤੋਂ ਪਿੱਛੇ ਯੂਜੂਲੀ ਐਟ ਦਿਸ ਸਟੇਜ ਆਪਾਂ ਜੇ ਅਰਲੀ ਆ ਇਹ ਕੰਮ ਕਰ ਰਹੇ ਆ. ਸੋ ਬਿਲਡਿੰਗ ਐਨਵਲਪ ਕੰਸਲਟੈਂਟ ਵੀ ਇੱਥੇ ਚੈੱਕ ਕਰੂ ਬਿਕਾਜ਼ ਮਲਟੀ ਫੈਮਿਲੀ ਸਾਈਟ ਆ. ਬਟ vertically Sunny ਕਹਿ ਰਿਹਾ ਵੀ ਉੱਥੇ ਪੀਲ ਐਂਡ ਸਟਿਕ ਲਾਓ ਕੋਈ ਵੀ ਮੈਂਬਰੇਨ ਬਲੂ ਸਕਿਨ whatever it may be ਤਾਂ ਉਹਨੂੰ ਸੀਲ ਕਰ ਨੂੰ. ਸੋ ਯੂ ਹੈਵ your secondary plane of protection behind your face seal that ਜੇ ਪਾਣੀ ਵੜ ਵੀ ਗਿਆ ਵੀ ਆਪਣੇ ਬੇਸਮੈਂਟ 'ਚ ਨਾ ਐਂਟਰ ਕਰੇ. Idhar Sunny, as we move along, we see the two clean-out pipes protruding through the ground below the door, and I know that is another one of your pet peeves. Any comments? Vijay, you know, we talk about layout all the time. It's the fundamentals in construction. ਆਪਾਂ ਹਮੇਸ਼ਾ layout, backing, ਸਾਰੀ ਚੀਜ਼ਾਂ ਦੀ ਗੱਲ ਕਰਦੇ ਹਾਂ. Here we've put clean-outs for the drain tile system right in the center of this big, huge opening for the deck. ਇੱਥੇ ਵੱਡੇ ਸਾਰੇ ਦਰਵਾਜ਼ੇ ਲੱਗਣਗੇ. ਇੱਥੇ most likely ਇੱਕ ਜਾਂ ਦੋ ਸਟੈਪ ਹੋਣਗੇ ਤੇ ਰਾਈਟ ਉਹਦੇ ਸੈਂਟਰ ਦੇ ਵਿੱਚ ਆਪਣੀ ਡੈਕ ਦੇ ਕਲੀਨ ਆਊਟ ਆ. ਇਹ ਲੇਆਊਟ ਆਪਾਂ ਨੂੰ ਉਦੋਂ ਬੰਦੇ ਨੂੰ ਕਹਿਣਾ ਚਾਹੀਦਾ ਇੱਥੇ ਪਾਸੇ ਤੇ ਰੱਖੋ ਵੀ ਉਧਰ ਸੈਂਟਰ 'ਚ ਕਰ ਦਿੰਦੇ between the units or either way. ਹਾਂਜੀ, you can see this one, it's over to the side, but even still ਜੇ 2 ਫੁੱਟ ਹੋਰ ਹੋਵੇ ਇੱਥੇ ਹੋਵੇ ਤੇ ਆਹ ਦੋਨੇ ਜਾਣੇ ਉਹ ਦੋਨੇ ਕਲੀਨ ਆਊਟਸ ਇੱਥੇ ਹੋਵੇ. It's a much better layout. Easier to access, easier, more accessibility. Yes. Okay. So again, ਇੱਥੇ Sunny, ਹੁਣ we can see for our viewers, ਜੇ ਇੱਧਰ ਨੂੰ ਥੋੜਾ ਜਿਹਾ cameraman ਆ ਜਾਣ, we have a opening for a window, rough opening which has been cut open.
as we look up, we can see they're doing a paper detail with a peel and stick detail. Yes, So sir. there's multiple steps involved, obviously here. Sunny, am I correct? Yes, Window you are. ਪਹਿਲਾਂ ਉਹਨਾਂ ਨੇ opening ਦੇਖਣੀ ਆ, window ਦਾ size check ਕਰਨਾ, ਕਿੱਡੀ window ਹੋਣੀ ਆ, ਉਸ ਤੋਂ ਬਾਅਦ framer ਨੇ ਉਹਨੂੰ frame out ਕਰਨਾ, ਉਸ ਤੋਂ ਬਾਅਦ ਉਹਨੂੰ detail ਕਰਨਾ। ਇਹਦੇ ਬਾਰੇ ਕੋਈ comments? ਸੋ ਵੀਰ ਜੀ ਇਟਸ ਇੰਪੋਰਟੈਂਟ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰਨੀ ਹੈ, ਜਿਹੜੇ ਬੰਦੇ ਨਾਲ ਤੁਸੀਂ ਕੰਮ ਕਰਨਾ, ਤੁਹਾਡੇ ਕੋਲ ਪਹਿਲਾਂ ਉਹ ਫੰਡਾਮੈਂਟਲ ਟ੍ਰੇਡਸ ਹੋਏ ਹੋਣ। ਜਦੋਂ ਤੁਸੀਂ ਫਾਊਂਡੇਸ਼ਨ ਸ਼ੁਰੂ ਕਰਨਾ, ਤੁਹਾਡਾ ਰੂਫਰ ਆਲਰੇਡੀ ਲਾਈਨਡ ਅਪ ਹੋਵੇ, ਤੁਹਾਡਾ ਵਿੰਡੋ ਵਾਲਾ ਆਲਰੇਡੀ ਤੁਹਾਨੂੰ ਪਤਾ ਹੋਵੇ ਮੈਂ ਕਿਹਨੂੰ ਵਰਤਣਾ। ਸੋ ਜਦੋਂ ਤੁਸੀਂ ਵਿੰਡੋਜ਼ ਦੀਆਂ ਓਪਨਿੰਗਸ ਰੱਖਣੀਆਂ, ਭਾਵੇਂ ਕੰਕਰੀਟ ਦੇ ਵਿੱਚ ਰੱਖਣੀਆਂ, ਭਾਵੇਂ ਤੁਸੀਂ ਫਰੇਮਿੰਗ ਐਸਪੈਸ਼ਲੀ ਫਰੇਮਿੰਗ ਦੇ ਵਿੱਚ ਰੱਖਣੀਆਂ, ਕਿਉਂਕਿ ਕੰਕਰੀਟ ਦੀਆਂ ਹਮੇਸ਼ਾ ਵੱਡੀਆਂ ਹੁੰਦੀਆਂ, ਪਰ ਤੁਹਾਨੂੰ ਰਫ ਓਪਨਿੰਗਸ ਦਾ ਪਤਾ ਹੋਣਾ ਚਾਹੀਦਾ। ਐਵਰੀ ਵਿੰਡੋ ਮੈਨੂਫੈਕਚਰ ਦੇ ਅੱਡ ਰਫ ਓਪਨਿੰਗ ਹੁੰਦੇ ਆ ਬਾਈ ਅ ਲਿਟਲ ਬਿਟ। ਸੋ ਤੁਹਾਨੂੰ ਵਿੰਡੋ ਮੈਨੂਫੈਕਚਰ ਤੋਂ ਰਫ ਓਪਨਿੰਗ ਪਹਿਲਾਂ ਲੈ ਲਿਆ ਕਰੋ। Okay, before cutting the hose, because you may be thinking of different companies, company A or company B or company C, so ਥੋੜਾ ਜਿਹਾ ਤੁਹਾਨੂੰ ਜਾਣਕਾਰੀ ਹੋਵੇ ਵੀ ਆਹ ਕੰਪਨੀ ਵਰਤਣੀ ਆ, ਆਹ ਸਟਾਈਲ ਦੀ ਵਿੰਡੋ ਲੱਗਣੀ ਆ, ਉਹਦੇ ਮੁਤਾਬਿਕ ਇਟਸ ਆਬਵੀਅਸਲੀ ਔਨ ਦ ਪਲਾਨਸ, ਪਰ ਕਈ ਵਾਰੀ ਕੁਝ ਚੇਂਜਸ ਕੁਝ ਵੀ ਹੋ ਜਾਂਦਾ। ਸੋ ਮੇਕ ਸ਼ੋਰ ਵੀ ਤੁਸੀਂ ਆਪਾਂ ਪਤਾ ਹੋਵੇ ਕੀ ਲਾਉਣਾ ਤੇ ਉਹਦੇ ਮੁਤਾਬਿਕ, as we can see here, they're all different setups. If the cameraman, again, we have the basement window wells, we have the main floor windows, we have the upper floor windows, obviously. There's areas ਜਿੱਥੇ ਆਪਣੇ eyebrow roof ਜਾਂ skirt roof ਹੁੰਦੇ ਨੇ, overhangs, flashing detail, ਉਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਲਾਉਣੀ, ਕੀ ਸਿਸਟਮ ਕਿਵੇਂ ਇੰਸਟਾਲ ਹੋਣਾ। ਸੋ ਸਨੀ, ਪਹਿਲਾਂ as you know ਡਿਜ਼ਾਈਨ ਸਿੰਪਲ ਹੁੰਦੇ ਸੀਗੇ, you know, asphalt shingle slope roof, tile roof, cedar shake roof. Ajkal different complexities ne. We have flat roofs. Yes. We have slope roofs. We have all these roofs incorporated into one single family home, from a metal roof, asphalt shingle roof, to a torch on SBS membrane. Exactly. Hanji. Here I see a flat roof and I see some membrane extending out over here. Any comments? I know that is obviously for the flat roof and it's a detail they're providing at the edge, but any comments from your end? ਸੋ ਵੀਰ ਜੀ, ਜਿਵੇਂ ਤੁਸੀਂ ਕਿਹਾ, ਹੁਣ ਆਪਣੇ ਅੱਜ ਕੱਲ੍ਹ ਆਪਣੇ ਫਲੈਟ ਰੂਫ ਵੀ ਆ, ਆਪਣੀ ਸ਼ਿੰਗਲ ਵੀ ਲੱਗਦੀ ਹੈ, ਕਈ ਲੋਕ ਟਾਈਲਾਂ ਵੀ ਅੱਜ ਲਾਉਂਦੇ ਆ, ਅੱਡ ਅੱਡ ਤਰ੍ਹਾਂ ਦੀ ਰੂਫਿੰਗ, ਰਾਈਟ। ਸੋ ਇਹਦਾ ਮਤਲਬ ਨਹੀਂ ਹਰੇਕ ਬੰਦਾ ਹਰੇਕ ਤਰ੍ਹਾਂ ਦੀ ਰੂਫ ਕਰਵਾ ਸਕਦਾ। ਜੇ ਤੁਹਾਡਾ ਰੂਫਰ ਹੈਗਾ ਐਸ਼ਫਾਲਟ ਵਾਲਾ, ਤੁਸੀਂ ਉਹਨੂੰ ਟੋਰਚਾਨ ਤੇ ਮੱਲੋ ਮੱਲੀ ਨਾ ਕਰਵਾਓ, ਕਈ ਵਾਰੀ ਟੋਰਚਾਨ ਵਾਲੇ ਸਪੈਸ਼ਲਿਸਟ ਤੁਹਾਨੂੰ ਲਿਆਉਣਾ ਪੈਂਦਾ, so to ensure that the roof gets installed correctly. Okay. So here you can see a corner where we've got basically the cap sheet down underneath, or we've got the base sheet down over the cap sheet. Yes. In the corner. Now, we've got the base sheet extending down correctly, but around the other side of it, we've got it on top of the cap sheet. So it should be detailed opposite like we see over there, but that one needs to be extended also, that corner. That's right. Hanji, oh wala theek hai. Jiਵੇਂ but they need to extend it and ਹਾਂਜੀ, ਪਹਿਲਾਂ ਬੇਸ ਸ਼ੀਟ ਲੱਗੀ ਆ, ਕੈਪ ਸ਼ੀਟ ਉਹਦੇ ਉੱਪਰ ਲੱਗੀ ਵੀ ਆ, ਕਿਉਂਕਿ ਬੇਸ ਸ਼ੀਟ ਧੁੱਪ ਦੇ ਨਾਲ ਖਰਾਬ ਹੋ ਸਕਦੀ ਹੈ। ਜਿਹੜੀ ਦੂਜੀ ਹੁੰਦੀ ਹੈ ਉਹ ਥੋੜ੍ਹੇ ਜਿਹੇ ਪੱਥਰ ਹੁੰਦੇ ਆ, ਉਹਨੂੰ ਗ੍ਰੈਨੂਲਰ ਆਪਾਂ ਕਹਿ ਦਿੰਦੇ ਆ, ਤੇ ਉਹ ਧੁੱਪ ਤੋਂ ਉਹਨੂੰ ਪ੍ਰੋਟੈਕਸ਼ਨ ਹੁੰਦੀ ਆ। ਸੋ ਉਹ ਉੱਪਰ ਲੱਗਦੀ ਹੈ, ਦੂਜੀ ਥੱਲੇ ਲੱਗੀ ਹੁੰਦੀ ਚਾਹੀਦੀ ਹੈ, ਬਟ ਉਹ ਐਕਸਟੈਂਡ ਕਰ ਦਿਓ। ਇੱਥੇ ਵੀਰ ਜੀ ਤੁਸੀਂ ਦੇਖ ਸਕਦੇ ਆ, ਮਸਾਂ maybe 4 to 5 inches extended, and we're opposed to the other side, you've got a good 8 to 10 inch extension. Okay, but just detailed incorrectly. ਹਾਂਜੀ, ਬਿਲਕੁਲ। Okay, and I see a peel and stick detail at the front door threshold. Sometimes the framers do not install this. We see the doors have been installed. Any comments? And AV, it's still peeling, so you should use a primer. Make sure ਕਰੋ ਇਹ ਚੰਗੀ ਤਰ੍ਹਾਂ ਚਿਪਕੇ ਨਾਲ, ਸਟੇਪਲ ਨਹੀਂ ਲਾਉਣੇ ਚਾਹੀਦੇ, ਇਹਦੇ ਸਟੇਪਲ ਵੀ ਲਾਏ ਹੋਏ ਆ, ਇਹਦੇ ਐਕਚੁਅਲੀ ਆਪ ਲੱਗਣੀ ਚਾਹੀਦੀ ਆ, that it sticks. Whether you have to use a primer, obviously, which is recommended to allow it to adhere, ਵੀ ਉਹਨੂੰ ਚਿਪਕ ਜਾਵੇ, ਵੀ ਚੰਗੀ ਤਰ੍ਹਾਂ ਸੀਲ ਬਣੇ। ਤੇ ਇੱਥੇ ਤਾਂ ਆਪਾਂ ਨੂੰ ਦਿਸਦੇ ਆ ਸਾਨੀ ਸਟੇਪਲ ਲਾਏ ਹੋਇਆ, ਇਹਦੇ ਬਾਰੇ ਕੋਈ ਕਮੈਂਟ? ਵੀਰ ਜੀ, ਹੁਣ ਇਹਦਾ ਫਾਇਦਾ ਕੀ ਹੁੰਦਾ, ਇਹਨੇ ਸੀਲ ਤੁਹਾਡੀ ਪੈਨੇਟ੍ਰੇਸ਼ਨ ਨੂੰ ਸੀਲ ਕਰਨਾ। ਹੁਣ ਤੁਸੀਂ ਸਟੇਪਲ ਲਾਤੇ, ਸਟੇਪਲ ਨੇ ਇਹਦੇ 'ਚ ਮੋਰੀਆਂ ਪਾਤੀਆਂ, ਸੋ ਜਿਹੜੀ ਚੀਜ਼ ਨੇ ਇਹਨੇ ਕਰਨਾ ਸੀਗਾ ਉਹਦੀ ਆਪਾਂ ਜਿਵੇਂ ਗਲਤ ਚੱਲ ਰਹੇ ਹਾਂ। Yes. ਸੋ ਪ੍ਰਾਈਮਰ ਇਜ਼ ਵੈਰੀ ਅਵੇਲੇਬਲ, ਕੋਈ ਵੀ ਬਿਲਡਿੰਗ ਸਟੋਰ ਤੇ ਅਵੇਲੇਬਲ ਹੈ। ਨਿੱਕਾ ਜਿਹਾ ਲੀਟਰ ਤੁਸੀਂ ਆਪਦੇ ਕੋਲ ਰੱਖ ਲਓ, ਆਪਦੇ ਤੁਸੀਂ ਫਰੇਮਰ ਨੂੰ ਦੇ ਦਿਓ। Okay. ਇਹ ਜਿਹੀਆਂ ਚੀਜ਼ਾਂ ਵੀ ਜੇ ਆਪਾਂ ਗੱਲ ਕਰਦੇ ਸੀਗੇ, ਆਪਦੇ ਟਰੱਕ ਦੇ ਵਿੱਚ ਰੱਖੋ, ਕਈ ਵਾਰੀ ਨੂੰ ਚਾਹੀਦੀਆਂ ਹੁੰਦੀਆਂ, ਤੇ ਤਾਂ ਹੀ ਨਹੀਂ ਹੁੰਦੀਆਂ ਕਰਕੇ ਤੁਹਾਡੇ ਕੋਲ ਕਈ ਵਾਰੀ ਉਹ ਚੀਜ਼ ਹੁੰਦੀ ਨਹੀਂ। Okay. And on the other side, Sunny, ਆਪਾਂ ਦੇਖ ਰਹੇ ਸੀ ਵਿੰਡੋਆਂ ਇੰਸਟਾਲ ਹੋ ਰਹੀਆਂ,
ਇੱਥੇ ਵੀ ਇੱਕ window install ਹੋ ਰਹੀ ਹੈ and some other windows are being installed at the upper level. So they've done a paper and peel and stick detail, window install ਕਰਤੀ, nail ਲਾਤੇ। ਇੱਕ ਤੇ nails ਨੂੰ tight ਲਾਉਣਾ ਚਾਹੀਦਾ ਕਿ ਥੋੜੀ ਜਿਹੀ movement ਲਈ ਛੱਡਣਾ ਚਾਹੀਦਾ ਹੈ। always topic of discussion ਹੁੰਦਾ ਵੀ nail tight ਕਰਤੇ ਜ਼ਿਆਦਾ ਫਰੇਮਰ ਨੇ which won't allow for the window to expand and contract when the building moves। ਇਹਦੇ ਬਾਰੇ ਕੋਈ ਜਾਣਕਾਰੀ? ਸੋ ਵੀਰ ਜੀ ਮੂਵਮੈਂਟ ਤਾਂ ਹੁੰਦੀ ਰਹਿੰਦੀ ਹੈ, ਸਪੈਸ਼ਲੀ ਵੁੱਡ ਫਰੇਮ ਦੇ ਵਿੱਚ ਆਪਣੀ ਮੂਵਮੈਂਟ ਹੁੰਦੀ ਰਹਿੰਦੀ ਹੈ। ਕੰਕਰੀਟ ਦੇ ਵਿੱਚ ਵੀ ਮੂਵਮੈਂਟ ਹੁੰਦੀ ਰਹਿੰਦੀ ਹੈ ਬਟ ਘੱਟ ਹੁੰਦੀ ਹੈ। ਸੋ ਉਹ ਮੂਵਮੈਂਟ ਦੇ ਵਿੱਚ ਜੇ ਆਪਾਂ ਅਲਾਉ ਨਹੀਂ ਕਰਦੇ ਕੋਈ ਵੀ ਜਿਵੇਂ ਗੈਪ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਸਪੇਸ ਕਹਿ ਸਕਦੇ, ਜੇ ਆਪਾਂ ਉਹਦੇ ਮੂਵਮੈਂਟ ਵਾਸਤੇ ਆਪਾਂ ਕੋਈ ਚੀਜ਼ ਰੱਖਦੇ ਨਹੀਂ, ਉਹ ਇਟਸ ਗੋਇੰਗ ਟੂ ਬ੍ਰੇਕ। It is going to bond and to the surface that it's attached to, and it is going to break. It's not going to be able to flex or move. So it's important. But you can see underneath this window here, ਜਿਹੜਾ ਕਲਿੱਪ ਜਿਹੇ ਹੁੰਦੇ ਆ ਪਲਾਸਟਿਕ ਦੇ, the shims, ਜਿਹੜੇ shim ਕਹਿੰਦੇ, horseshoe ਕਹਿ ਦਿੰਦੇ ਆ। ਹਾਂਜੀ yes, ਉਹ ਇੱਥੇ ਲੱਗੇ ਨਹੀਂ ਹੋਏ ਸਾਨੀ, ਉੱਤੇ ਸਾਰੀਆਂ ਵਿੰਡੋਆਂ ਤੇ ਲੱਗੇ ਹੋਏ ਆ। ਹਾਂਜੀ ਤੇ ਵੀਰ ਜੀ ਇਹ ਜ਼ਰੂਰੀ ਆ ਕਿਉਂਕਿ ਉਹ ਡਰੇਨੇਜ ਵਾਸਤੇ ਚਾਹੀਦੇ ਹੁੰਦੇ ਆ। ਸੋ ਜਿਹੜੇ ਉਹ ਉਤਲੀ ਵਿੰਡੋ ਆ ਜਿੱਥੇ ਦਾ ਕੈਮਰਾਮੈਨ ਇਜ਼ ਨਾਓ ਜ਼ੂਮਿੰਗ ਇਨ, ਸੋ ਉਹ ਜਿਹੜੇ ਥੱਲੇ ਸ਼ਿਮ ਲੱਗੇ ਨੇ ਉਹ ਸਾਰੀਆਂ ਵਿੰਡੋਆਂ ਤੇ ਜ਼ਰੂਰੀ ਆ। ਬਿਲਕੁਲ ਵੀਰ ਜੀ, ਉਹਦੀ ਸਪੇਸਿੰਗ ਤੁਸੀਂ ਆਪਦੀ ਵਿੰਡੋ ਮੈਨੂਫੈਕਚਰਰ ਨਾਲ ਦੇਖ ਲਿਆ ਕਰੋ ਜਿਹੜੀ ਉਹ ਰეკਮੈਂਡ ਕਰਦੇ, ਬਟ ਇਹ ਜ਼ਰੂਰੀ ਆ ਵੀਰ ਜੀ। ਤੁਸੀਂ ਦੇਖ ਸਕਦੇ ਹੋ ਹੁਣ ਆਹ ਸੈਕੰਡ ਵਿੰਡੋ, it's missing it in the corner, it's got it on the other two sides, but there's at least a 2-foot span that it does not have a shim. So Sunny, we were talking ਵੀ ਵਿੰਡੋਆਂ ਦੀ ਗੱਲ ਕਰ ਰਹੇ ਸੀ ਆਪਾਂ ਥੋੜਾ ਚਿਰ ਪਹਿਲਾਂ। ਡੋਰਸ ਬਾਰੇ ਵੀ ਫਿਰ ਕੁਝ ਪਤਾ ਹੋਣਾ ਚਾਹੀਦਾ ਵੀ ਫਰੇਮਰਾਂ ਨੂੰ ਆਬਵੀਅਸਲੀ ਕਿਹੜੇ ਸਾਈਜ਼ ਦੇ ਲਾਉਣੇ, ਮਗਰੋਂ ਬੰਦਾ ਕਹੇ ਡੋਰ ਵੱਡਾ ਕਰਨਾ ਜਾਂ ਡੋਰ ਛੋਟਾ ਰਹਿ ਗਿਆ। ਇਹਦੇ ਬਾਰੇ ਕੋਈ ਇਨਫੋਰਮੇਸ਼ਨ ਫਰਮ ਯੂਰ ਐਂਡ? ਸੋ ਵੀਰ ਜੀ ਜਿਵੇਂ ਹੁਣ ਤੁਸੀਂ ਫੋਨ ਬੁੱਕ ਖੋਲ ਸਕਦੇ, ਤੁਸੀਂ ਦੇਖ ਸਕਦੇ ਕਿੰਨੀ ਡੋਰ ਕੰਪਨੀਆਂ ਹੁੰਦੀਆਂ ਅੱਡ ਅੱਡ ਤਰ੍ਹਾਂ ਦੀਆਂ। there's very many door companies, especially ਆਪਣੇ locally. Every door company has a slightly different rough end opening. ਹਰੇਕ ਡੋਰ ਕੰਪਨੀ ਦਾ ਥੋੜਾ ਜਿਹਾ ਫਰਕ ਹੁੰਦਾ। 19-21 ਦਾ ਫਰਕ ਹੁੰਦਾ ਵੀ ਐਡਾ ਵੀ ਨਹੀਂ, ਪਰ ਇੰਨਾ ਵੀ ਪ੍ਰੋਬਲਮ ਪੈ ਸਕਦੀ ਹੈ ਵੀ ਤੁਹਾਨੂੰ ਪਤਾ ਹੋਵੇ। ਬਿਲਕੁਲ ਤੇ ਜਿਵੇਂ ਹੁਣ ਆਪਣੇ ਐਕਸਪੀਰੀਅੰਸ ਬਿਲਡਰ ਆ ਉਹਨਾਂ ਨੂੰ ਵੀ ਪਤਾ, ਜਦੋਂ ਕਈ ਵਾਰੀ ਘਰ ਫਿਨਿਸ਼ ਹੋ ਜਾਂਦਾ ਥੋੜਾ ਜਿਹਾ ਫਰਕ ਦੇ ਨਾਲ ਹਿੰਜ ਦੇ ਸਾਈਡ ਦੇ ਨਾਲ ਟਾਈਟ ਡੋਰ ਹੋਵੇ, ਡੋਰ ਕਈ ਵਾਰੀ ਖੁੱਲਦਾ ਨਹੀਂ, ਕਈ ਵਾਰੀ ਖੁੱਲਾ ਜਦੋਂ ਤੁਸੀਂ ਬੰਦ ਕਰਦੇ ਹੋ ਉਹ ਆਪੇ ਖੁੱਲ ਜਾਂਦਾ। ਡੋਰਾਂ 'ਚ ਕਈ ਪ੍ਰੋਬਲਮਾਂ ਆ ਜਾਂਦੀਆਂ ਜਦੋਂ ਓਪਨਿੰਗ ਥੋੜਾ ਜਿਹਾ ਫਰਕ ਪੈ ਸਕਦਾ। ਸੋ ਇਟਸ ਇੰਪੋਰਟੈਂਟ ਜਿੰਨਾ ਤੋਂ ਤੁਸੀਂ ਡੋਰ ਲੈਣੇ ਆ ਰਫ ਓਪਨਿੰਗਸ ਪਹਿਲਾਂ ਲੈ ਕੇ ਆਪਦੇ ਫਰੇਮਰ ਨੂੰ ਦੇ ਦਿਓ। ਪਰਫੈਕਟ, ਐਕਸਲੈਂਟ। So yeah, so it looks like ਇਹਨਾਂ ਨੇ ਆਪਦੇ window manufacturer ਵੀ select ਕੀਤੇ ਹੋਏ ਆ। Door companies on site here today delivering doors. So they've obviously planned and coordinated ਵੀ ਕਿਨੇ ਕੀ ਲਾਉਣਾ ਮਟੀਰੀਅਲ ਤੇ ਉਹਦੇ ਮੁਤਾਬਿਕ ਇਹਨਾਂ ਨੇ ਲੱਗਦਾ ਫਰੇਮਰਸ ਨੇ obviously openings ਡਿਜ਼ਾਈਨ ਕੀਤੀਆਂ ਹੋਈਆਂ ਨੇ ਇਸ ਪੁਆਇੰਟ ਤੇ। So this is a multi-family site as we mentioned। ਜਦੋਂ ਆਈ ਸੀ ਸਾਡਾ ਗੋਲ ਆ ਅੱਜ ਜੀ ਤੁਹਾਨੂੰ ਥੋੜੇ ਬੇਸਿਕਸ ਬਾਹਰੋਂ ਦੱਸਤੇ ਐਟ ਫਰੇਮਿੰਗ ਸਟੇਜ, ਜਦੋਂ ਫਰੇਮਿੰਗ ਦਾ ਕੰਮ ਚੱਲ ਰਿਹਾ। ਨੈਕਸਟ ਵੀਕ ਇਹ ਆਪਾਂ ਥੋੜੀ ਜਿਹੀ ਫਰਦਰ ਅਲੋਂਗ ਹੋਊਗੀ ਤੇ ਆਪਾਂ ਅੰਦਰੋਂ ਦੇਖਾਂਗੇ ਰਫ ਐਂਡ ਵਰਕ ਚੱਲਦਾ, ਵਿੰਡੋ ਇੰਸਟਾਲੇਸ਼ਨ ਕੰਪਲੀਟ ਹੋਊਗੀ, ਅਦਰ ਥਿੰਗਸ ਵਿਲ ਬੀ ਗੋਇੰਗ ਔਨ। ਤੇ ਉਸ ਤੋਂ ਅਗਲੇ ਵੀਕ ਆਪਣੀ ਟਾਰਗੇਟ ਆ ਵੀ ਆਪਾਂ ਇੱਧਰ ਜਿਹੜੀ ਫਿਨਿਸ਼ਿੰਗ ਚੱਲਦੀ ਹੈ ਯੂਨਿਟ 'ਚ ਫਿਨਿਸ਼ਿੰਗ ਸਟੇਜ ਤੇ ਨੇ ਉਹਨਾਂ 'ਚ ਦੇਖਾਂਗੇ ਵੀ ਕਿੱਥੇ ਪ੍ਰੋਜੈਕਟ ਪਹੁੰਚ ਰਿਹਾ ਤੇ ਕਿੱਥੇ ਜਾ ਰਿਹਾ। ਸੋ ਵੀਵ ਸੀਨ ਇਟ ਐਟ ਦਿਸ ਸਟੇਜ ਐਂਡ ਵੀ ਸੀ ਕਿਵੇਂ ਚੱਲ ਰਿਹਾ ਤੇ ਕਿੱਥੇ ਪਹੁੰਚ ਰਿਹਾ, ਕਿਹੋ ਜਿਹੇ ਮਟੀਰੀਅਲ ਸਿਲੈਕਟ ਹੋਏ ਨੇ ਤੇ ਕੀ ਲੱਗ ਰਿਹਾ। Again, thank you for tuning in to another episode of Construct It. Thank you, Sunny, again for joining us and taking the time out to come here and share your knowledge with us. And thank you to our viewers for tuning in to another episode of Construct It.